ਮੇਰਾ ਨਾਮ ਮਹਿਮਾ ਹੈ। ਮੇਰੀ ਅਤੇ ਮੇਰੀ ਮਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ। ਉਹ ਕਹਿੰਦੇ ਹਨ ਕਿ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਪਰਮਾਤਮਾ ਹੁੰਦਾ ਹੈ। ਮੈਂ ਇੱਕ ਜਵਾਨ ਕੁੜੀ ਹਾਂ। ਮੇਰੇ ਪਰਿਵਾਰ ਵਿੱਚ ਸਿਰਫ ਮੈਂ ਅਤੇ ਮੇਰੀ ਮਾਂ ਹਾਂ ਜੋ ਬੋਲ ਨਹੀਂ ਸਕਦੀ ਅਤੇ ਗੂੰਗੀ ਹੈ। ਉਹ ਇਸ਼ਾਰਿਆਂ ਰਾਹੀਂ ਹੀ ਗੱਲ ਕਰਦੀ ਹੈ ਅਤੇ ਬਹੁਤ ਬਿਮਾਰ ਰਹਿੰਦੀ ਹੈ। ਮੈਂ ਆਪਣੀ ਮਾਂ ਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਉਸ ਦੀਆਂ ਕੁਝ ਰਿਪੋਰਟਾਂ ਕਰਵਾਈਆਂ। ਮੈਂ ਹੈਰਾਨੀ ਨਾਲ ਕਦੇ ਡਾਕਟਰ ਦੇ ਚਿਹਰੇ ਵੱਲ ਦੇਖ ਰਹੀ ਸੀ ਅਤੇ ਕਦੇ ਆਪਣੀ ਮਾਂ ਵੱਲ, ਜੋ ਡਾਕਟਰ ਦੇ ਕਮਰੇ ਦੇ ਬਾਹਰ ਬੈਠੀ ਸੀ ਤੇ ਇਸ ਸਭ ਤੋਂ ਅਣਜਾਣ ਸੀ, ਜੋ ਮੂੰਹ ਨਾਲ ਕੁਝ ਬੋਲ ਵੀ ਨਹੀਂ ਸਕਦੀ ਸੀ, ਜੋ ਮੇਰੇ ਕੰਨ ਸੁਣ ਰਹੇ ਸਨ। ਉਹ ਮੇਰੇ ਮਨ ਨੂੰ ਸਵੀਕਾਰ ਨਹੀਂ ਹੋ ਰਿਹਾ ਸੀ। ਕਿਸੇ ਅਜਿਹੀ ਗੱਲ ਵਿੱਚ ਵਿਸ਼ਵਾਸ ਕਰਨਾ ਜੋ ਪੂਰੀ ਤਰ੍ਹਾਂ ਅਵਿਸ਼ਵਾਸਯੋਗ ਸੀ। ਮੇਰਾ ਸਿਰ ਚਕਰਾਉਣ ਲੱਗਾ। ਮੇਰੀ ਹਾਲਤ ਬਹੁਤ ਖਰਾਬ ਸੀ। ਮੇਰੇ ਚਿਹਰੇ ਤੇ ਪਸੀਨਾ ਆ ਰਿਹਾ ਸੀ। ਇਹ ਕਿਵੇਂ ਸੰਭਵ ਸੀ? ਮੈਂ ਆਪਣੀ ਹਥੇਲੀ ਨਾਲ ਆਪਣੇ ਚਿਹਰੇ ਤੋਂ ਪਸੀਨਾ ਸਾਫ਼ ਕੀਤਾ। ਬੜੀ ਹਿਚਕਚਾਹਟ ਨਾਲ ਉਹ ਡਾਕਟਰ ਦੇ ਹੱਥੋਂ ਰਿਪੋਰਟ ਲੈ ਕੇ ਕਮਰੇ ਤੋਂ ਬਾਹਰ ਆਈ। ਮੈਂ ਮਾਂ ਦਾ ਹੱਥ ਫੜ ਕੇ ਕਲੀਨਿਕ ਤੋਂ ਬਾਹਰ ਲੈ ਆਈ। ਕੁਝ ਦਿਨ ਪਹਿਲਾਂ ਤੋਂ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਸੀ। ਉਹ ਜੋ ਵੀ ਖਾਂਦੀ ਉਸ ਨੂੰ ਕੱਚਾ ਜਿਹਾ ਮਹਿਸੂਸ ਹੁੰਦਾ। ਮੈਂ ਸੋਚਿਆ ਕਿ ਉਸ ਨੂੰ ਬਦਹਜ਼ਮੀ ਹੋ ਗਈ ਹੈ, ਇਸ ਲਈ ਮੈਂ ਉਸ ਨੂੰ ਨੇੜੇ ਦੇ ਡਾਕਟਰ ਕੋਲ ਲੈ ਗਈ। ਪਰ ਜੋ ਖਬਰ ਮੈਨੂੰ ਮਿਲੀ ਉਹ ਸੁਣ ਕੇ ਮੈਂ ਹੈਰਾਨ ਰਹਿ ਗਈ। ਡਾਕਟਰ ਨੇ ਮੈਨੂੰ ਇਕੱਲੇ ਆਪਣੇ ਕਮਰੇ ਵਿੱਚ ਬੁਲਾਇਆ। ਮਾਂ ਬਾਹਰ ਕੁਰਸੀ ਤੇ ਬੈਠੀ ਸੀ। ਉਸ ਨੇ ਮੈਨੂੰ ਇਹ ਖਬਰ ਬੜੇ ਗੁਪਤ ਤਰੀਕੇ ਨਾਲ ਦੱਸੀ, ਕਿਉਂਕਿ ਇਸ ਉਮਰ ਦੀਆਂ ਔਰਤਾਂ ਘੱਟ ਹੀ ਗਰਭਵਤੀ ਹੁੰਦੀਆਂ ਹਨ। ਮਾਂ ਦਾ ਹੱਥ ਫੜ ਕੇ ਮੈਂ ਚੁੱਪਚਾਪ ਉਸ ਨੂੰ ਆਪਣੇ ਘਰ ਲਿਜਾ ਰਹੀ ਸੀ। ਮੇਰੇ ਦਿਮਾਗ ਵਿੱਚ ਇਹ ਸਭ ਚੱਲ ਰਿਹਾ ਸੀ ਕਿ ਇਹ ਕੌਣ ਹੋ ਸਕਦਾ ਹੈ? ਅਜਿਹਾ ਮਾੜਾ ਕੰਮ ਕੌਣ ਕਰ ਸਕਦਾ ਹੈ? ਮੇਰੇ ਘਰ ਵਿੱਚ ਸਿਰਫ 3 ਆਦਮੀ ਸਨ, ਮੇਰਾ ਪਤੀ, ਮੇਰਾ ਸਹੁਰਾ ਅਤੇ ਮੇਰਾ ਛੋਟਾ ਦਿਓਰ। ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ। ਮੇਰੀ ਮੰਮੀ ਸਾਰਾ ਦਿਨ ਮੇਰੇ ਨਾਲ ਰਹਿੰਦੀ ਸੀ। ਜਦੋਂ ਮੈਂ ਰਸੋਈ ਵਿੱਚ ਕੰਮ ਕਰਦੀ ਸੀ ਤਾਂ ਉਹ ਰਸੋਈ ਵਿੱਚ ਰੱਖੇ ਮੇਜ਼ ਉੱਤੇ ਬੈਠ ਜਾਂਦੀ ਸੀ। ਉਹ ਕਦੇ ਵੀ ਮੇਰੇ ਤੋਂ ਵੱਖ ਨਹੀਂ ਹੋਈ ਸੀ। ਉਸ ਦੀ ਖਰਾਬ ਸਿਹਤ ਕਾਰਨ ਮੈਂ ਵੀ ਉਸ ਦਾ ਬਹੁਤ ਖਿਆਲ ਰੱਖਦੀ ਸੀ। ਅਸੀਂ ਮਾਂ ਧੀ ਸਾਰਾ ਦਿਨ ਘਰ ਵਿੱਚ ਇਕੱਲੀਆਂ ਰਹਿੰਦੀਆਂ ਸੀ। ਨਾ ਤਾਂ ਮੇਰਾ ਪਤੀ ਘਰ ਵਿੱਚ ਸੀ, ਨਾ ਹੀ ਮੇਰਾ ਦਿਓਰ ਅਤੇ ਨਾ ਹੀ ਮੇਰਾ ਸਹੁਰਾ। ਜੇ ਕਦੇ ਮੇਰਾ ਸਹੁਰਾ ਘਰ ਵਿੱਚ ਹੁੰਦਾ ਤਾਂ ਉਹ ਆਪਣੀ ਦੁਕਾਨ ਤੇ ਜਾ ਕੇ ਬੈਠ ਜਾਂਦਾ ਸੀ ਜਾਂ ਕਦੇ-ਕਦੇ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਦੋਸਤਾਂ ਨਾਲ ਬੈਠ ਕੇ ਗੱਲਾਂ ਕਰਦਾ ਸੀ ਅਤੇ ਕਾਫੀ ਦੇਰ ਰਾਤ ਤੱਕ ਘਰ ਪਰਤਦਾ ਸੀ। ਮੇਰੇ ਪਤੀ ਉਮੇਸ਼ ਦੀ ਮਾਂ ਦੀ ਕਈ ਸਾਲਾਂ ਪਹਿਲਾਂ ਮੌਤ ਹੋ ਗਈ ਸੀ। ਮੇਰੇ ਸਹੁਰੇ ਨੇ ਦੁਬਾਰਾ ਵਿਆਹ ਨਹੀਂ ਕਰਵਾਇਆ ਸੀ। ਮੇਰਾ ਦਿਓਰ ਵੀ ਮੇਰੀ ਮਾਂ ਦਾ ਬਹੁਤ ਸਤਿਕਾਰ ਕਰਦਾ ਸੀ। ਜ਼ਿਆਦਾਤਰ ਉਹ ਆਪਣੇ ਕੰਮ 'ਚ ਹੀ ਧਿਆਨ ਰੱਖਦਾ ਸੀ। ਨਾ ਤਾਂ ਉਸਨੇ ਕਦੇ ਮੇਰੇ ਨਾਲ ਅਤੇ ਨਾ ਹੀ ਮੇਰੀ ਮਾਂ ਨਾਲ ਜ਼ਿਆਦਾ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਿਰਫ ਮੇਰੀ ਮਾਂ ਕੋਲ ਜਾਂਦਾ, ਉਸ ਦਾ ਹਾਲ ਚਾਲ ਪੁੱਛਦਾ ਅਤੇ ਉਸ ਨਾਲ ਹੋਰ ਕੋਈ ਗੱਲ ਨਹੀਂ ਕਰਦਾ। ਮੇਰੇ ਪਿਤਾ ਦੀ ਮੌਤ ਨੂੰ 7 ਸਾਲ ਬੀਤ ਚੁੱਕੇ ਸਨ। ਮੇਰੇ ਲਈ ਬਹੁਤ ਸਾਰੇ ਰਿਸ਼ਤੇ ਆਏ, ਪਰ ਮੈਂ ਸਿਰਫ ਇਸ ਸ਼ਰਤ ਤੇ ਵਿਆਹ ਕਰਵਾ ਲਿਆ ਕਿ ਮੈਂ ਆਪਣੀ ਮਾਂ ਨੂੰ ਇਕੱਲਾ ਨਹੀਂ ਛੱਡ ਸਕਦੀ। ਉਹ ਗੂੰਗੀ ਸੀ ਅਤੇ ਬਹੁਤ ਬੁੱਢੀ ਹੋ ਗਈ ਸੀ। ਬੁਢਾਪੇ ਵਿੱਚ ਮੇਰੇ ਤੋਂ ਬਿਨਾਂ ਉਸ ਦਾ ਕੋਈ ਸਹਾਰਾ ਨਹੀਂ ਸੀ। ਉਸਨੇ ਮੈਨੂੰ ਪਾਲਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਮੈਂ ਵੀ ਇਹ ਚਾਹੁੰਦੀ ਸੀ ਕਿ ਆਪਣੀ ਮਾਂ ਨੂੰ ਕਦੇ ਨਹੀਂ ਛੱਡਣਾ। ਆਖਰ ਮੇਰੇ ਤੋਂ ਇਲਾਵਾ ਮੇਰੀ ਮਾਂ ਦਾ ਆਪਣਾ ਹੋਰ ਕੋਈ ਨਹੀਂ ਸੀ। ਮੈਂ ਹੀ ਆਪਣੀ ਮਾਂ ਦੀ ਦੇਖਭਾਲ ਕਰਦੀ ਸੀ ਅਤੇ ਇਸ ਲਈ ਉਸ ਨੂੰ ਇਕੱਲਾ ਨਹੀਂ ਛੱਡ ਸਕਦੀ ਸੀ। ਇਹੀ ਕਾਰਨ ਸੀ ਕਿ ਹੁਣ ਤੱਕ ਮੇਰਾ ਰਿਸ਼ਤਾ ਤੈਅ ਨਹੀਂ ਹੋ ਸਕਿਆ, ਕਿਉਂਕਿ ਮੁੰਡੇ ਦੀ ਮਾਂ ਪਹਿਲਾਂ ਹੀ ਘਰ ਵਿੱਚ ਮੌਜੂਦ ਹੋਵੇਗੀ ਤਾਂ ਉਹ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਉਸ ਦੀ ਨੂੰਹ ਦੀ ਮਾਂ ਵੀ ਨੂੰਹ ਦੇ ਨਾਲ ਉਸ ਦੇ ਘਰ ਰਹਿਣ ਲਈ ਆਵੇ। ਇਸ ਕਰਕੇ ਜਿਹੜੇ ਲੋਕ ਇਸ ਵਿਆਹ ਲਈ ਸਹਿਮਤ ਹੋਏ ਉਹਨਾਂ ਦੇ ਘਰ ਕੋਈ ਔਰਤ ਨਹੀਂ ਸੀ। ਸਿਰਫ 3 ਆਦਮੀ ਸਨ। ਇੱਕ ਉਸ ਦਾ ਪਿਤਾ ਅਤੇ ਮੇਰਾ ਪਤੀ ਅਤੇ ਉਸ ਦਾ ਛੋਟਾ ਭਰਾ ਸੀ। ਜਦੋਂ ਮੈਂ ਆਪਣਾ ਘਰ ਛੱਡ ਕੇ ਆਪਣੇ ਸਹੁਰੇ ਘਰ ਪਹੁੰਚੀ ਤਾਂ ਮੇਰੇ ਪਤੀ ਨੇ ਪਹਿਲਾਂ ਹੀ ਮੇਰੀ ਮਾਂ ਲਈ ਇੱਕ ਵੱਖਰਾ ਕਮਰਾ ਤਿਆਰ ਕਰ ਰੱਖਿਆ ਸੀ। ਮੇਰੇ ਪਤੀ ਵੀ ਮੇਰੀ ਮਾਂ ਦੀ ਬਹੁਤ ਇੱਜ਼ਤ ਕਰਦੇ ਸਨ। ਦਿਓਰ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਅਤੇ ਬਹੁਤਾ ਸਮਾਂ ਉੱਥੇ ਹੀ ਰਹਿੰਦਾ ਸੀ। ਉਹ ਕਦੇ ਕਤਾਈ ਹੀ ਘਰ ਆਉਂਦਾ ਸੀ। ਵੈਸੇ ਵੀ ਬਾਹਰੋਂ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਜਿਸ ਨਾਲ ਮੈਨੂੰ ਉਹਨਾਂ ਲੋਕਾਂ ਤੇ ਸ਼ੱਕ ਹੋਵੇ, ਪਰ ਉਸ ਸਮੇਂ ਜੋ ਰਿਪੋਰਟ ਮੇਰੇ ਹੱਥ ਵਿੱਚ ਸੀ ਉਹ ਮੈਨੂੰ ਕੁਝ ਹੋਰ ਹੀ ਦੱਸ ਰਹੀ ਸੀ। ਨਾ ਚਾਹੁੰਦੇ ਹੋਏ ਵੀ ਮੇਰਾ ਧਿਆਨ ਘਰ ਦੇ ਬੰਦਿਆਂ ਵੱਲ
ਜਾ ਰਿਹਾ ਸੀ। ਮੈਂ ਇੱਕ ਵੱਡੀ ਮੁਸੀਬਤ ਵਿੱਚ ਫਸ ਗਈ ਸੀ। ਬੇਸ਼ੱਕ ਮੇਰਾ ਪਤੀ ਬਹੁਤ ਚੰਗਾ ਸੀ, ਉਹ ਮੇਰੀ ਮਾਂ ਦਾ ਬਹੁਤ ਖਿਆਲ ਵੀ ਰੱਖਦਾ ਸੀ। ਜੇ ਮੈਂ ਆਪਣੇ ਸਹੁਰਿਆਂ ਨੂੰ ਦੱਸਦੀ ਕਿ ਮੇਰੀ ਮਾਂ ਨਾਲ ਕੀ ਵਾਪਰਿਆ ਹੈ ਤਾਂ ਉਹ ਜ਼ਰੂਰ ਮੇਰੀ ਮਾਂ ਦੇ ਨਾਲ ਮੈਨੂੰ ਵੀ ਘਰੋਂ ਬਾਹਰ ਕੱਢ ਦਿੰਦੇ। ਮੈਂ ਬਹੁਤ ਪਰੇਸ਼ਾਨ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਮੈਂ ਆਪਣੀ ਮਾਂ ਨੂੰ ਵੀ ਕੁਝ ਨਹੀਂ ਦੱਸਿਆ। ਜਿਵੇਂ ਹੀ ਇਹ ਖਬਰ ਉਸ ਨੂੰ ਪਤਾ ਲੱਗਦੀ ਤਾਂ ਸ਼ਾਇਦ ਇਹ ਸੁਣ ਕੇ ਉਸ ਦਾ BP ਹਾਈ ਹੋ ਜਾਂਦਾ। ਉਹ ਪਹਿਲਾਂ ਹੀ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ। ਮੇਰੇ ਦਿਮਾਗ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਸੀ। ਕੌਣ ਸੀ ਜੋ ਅਜੀ ਘਟੀਆ ਹਰਕਤ ਕਰ ਸਕਦਾ ਸੀ? ਮੇਰਾ ਸਿਰ ਚਕਰਾ ਰਿਹਾ ਸੀ। ਮੈਂ ਆਪਣੀ ਮਾਂ ਨਾਲ ਉਸ ਦੇ ਕਮਰੇ ਵਿੱਚ ਬੈਠ ਗਈ। ਮਾਂ ਮੇਰੇ ਵੱਲ ਇਸ਼ਾਰਾ ਕਰਨ ਲੱਗੀ। ਮੈਂ ਪੁੱਛਿਆ, ਕੀ ਹੋਇਆ ਮਾਂ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਮੈਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੁਸੀਂ ਚੁੱਪ ਕਿਉਂ ਹੋ? ਕੀ ਹੋਇਆ? ਡਾਕਟਰ ਨੇ ਕੀ ਕਿਹਾ? ਕਿਉਂਕਿ ਮੈਂ ਬਹੁਤ ਬੋਲਚਾਲ ਵਾਲੀ ਕੁੜੀ ਸੀ। ਮੈਂ ਹਰ ਵੇਲੇ ਗੱਲਾਂ ਕਰਦੀ ਰਹਿੰਦੀ ਸੀ, ਪਰ ਅੱਜ ਮੈਂ ਬੋਲਣਾ ਬੰਦ ਕਰ ਦਿੱਤਾ ਸੀ। ਮੈਂ ਮੰਮੀ ਨੂੰ ਕਿਹਾ, ਨਹੀਂ ਮਾਂ, ਅਜਿਹਾ ਕੁਝ ਨਹੀਂ ਹੈ। ਡਾਕਟਰ ਨੇ ਤੁਹਾਨੂੰ ਦਵਾਈ ਦਿੱਤੀ ਹੈ, ਤੁਸੀਂ ਠੀਕ ਹੋ ਜਾਓਗੇ ਮੰਮੀ, ਤੁਸੀਂ ਆਰਾਮ ਕਰੋ। ਇਹ ਕਹਿ ਕੇ ਮੈਂ ਮਾਂ ਨੂੰ ਮੰਜੇ ਤੇ ਲਿਟਾਇਆ ਅਤੇ ਆਪ ਰਸੋਈ 'ਚ ਆ ਗਈ। ਖਾਣਾ ਬਣਾਉਂਦੇ ਸਮੇਂ ਵੀ ਮੇਰਾ ਮਨ ਲਗਾਤਾਰ ਮਾਂ ਵੱਲ ਹੀ ਸੀ। ਉਹ ਬੋਲ ਨਹੀਂ ਸਕਦੀ ਸੀ, ਪਰ ਉਹ ਸਭ ਕੁਝ ਸਮਝਦੀ ਸੀ। ਉਹ ਸਭ ਕੁਝ ਮਹਿਸੂਸ ਕਰ ਰਹੀ ਹੋਵੇਗੀ ਕਿ ਕੌਣ ਉਹਨਾਂ ਦੇ ਕੋਲ ਆਉਂਦਾ ਹੈ। ਉਹ ਕੌਣ ਹੋ ਸਕਦਾ ਹੈ, ਮੇਰਾ ਸਹੁਰਾ ਜਾਂ ਦਿਓਰ? ਇਹ ਗੱਲਾਂ ਸੋਚ ਕੇ ਮੇਰਾ ਸਿਰ ਦਰਦ ਨਾਲ ਫਟ ਰਿਹਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਕੀ ਕਰਾਂ? ਮੈਂ ਕਿਸ ਨਾਲ ਗੱਲਾਂ ਕਰਾਂ? ਮੇਰਾ ਪਤੀ ਕਦੇ ਵੀ ਆਪਣੇ ਪਿਤਾ ਅਤੇ ਭਰਾ ਬਾਰੇ ਅਜਿਹੀ ਗੱਲ ਬਰਦਾਸ਼ਤ ਨਹੀਂ ਕਰ ਸਕੇਗਾ। ਜਾਂ ਮੈਂ ਆਪਣੀ ਮਾਂ ਨਾਲ ਗੱਲ ਕਰਾਂ, ਮੈਂ ਉਸ ਨੂੰ ਕਿਵੇਂ ਦੱਸਾਂ? ਜਦੋਂ ਉਮੇਸ਼ ਦਫ਼ਤਰ ਤੋਂ ਵਾਪਸ ਆਇਆ ਤਾਂ ਉਹ ਮੇਰੇ ਲਈ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ, ਪਰ ਮੈਂ ਮੁਸਕਰਾ ਵੀ ਨਹੀਂ ਸਕੀ। ਮੈਂ ਅਜੀ ਮੁਸੀਬਤ ਵਿੱਚੋਂ ਲੰਘ ਰਹੀ ਸੀ ਜੋ ਮੇਰੇ ਲਈ ਐਸੇ ਹੀ ਸੀ। ਮੈਨੂੰ ਚੁੱਪ ਦੇਖ ਕੇ ਉਮੇਸ਼ ਨੇ ਪੁੱਛਿਆ, ਕੀ ਹੋਇਆ? ਤੁਸੀਂ ਚੁੱਪ ਕਿਉਂ ਹੋ? ਕੀ ਤੁਸੀਂ ਠੀਕ ਹੋ? ਮੈਂ ਕੀ ਜਵਾਬ ਦੇਣਾ ਸੀ? ਮੈਂ ਕਿਹਾ ਕਿ ਮੇਰਾ ਸਿਰ ਦਰਦ ਕਰ ਰਿਹਾ ਹੈ। ਉਹਨਾਂ ਨੇ ਕਿਹਾ, ਖਾਣਾ ਖਾ ਲਓ ਅਤੇ ਫਿਰ ਦਵਾਈ ਲੈ ਲਓ। ਮੈਂ ਸੋਚ ਰਿਹਾ ਸੀ ਕਿ ਰਾਤ ਦੇ ਖਾਣੇ ਤੋਂ ਬਾਅਦ ਅਸੀਂ ਖਰੀਦਦਾਰੀ ਲਈ ਚੱਲਾਂਗੇ, ਪਰ ਤੁਹਾਡੀ ਸਿਹਤ ਠੀਕ ਨਹੀਂ ਹੈ, ਇਸ ਲਈ ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ। ਖਾਣਾ ਖਾ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ। ਮੰਮੀ ਦੀਆਂ ਰਿਪੋਰਟਾਂ ਅਲਮਾਰੀ ਵਿੱਚ ਲੁਕੋ ਦਿੱਤੀਆਂ ਤਾਂ ਜੋ ਕੋਈ ਉਹਨਾਂ ਨੂੰ ਦੇਖ ਨਾ ਸਕੇ। ਮੈਂ ਜਾਣਨਾ ਚਾਹੁੰਦੀ ਸੀ ਕਿ ਮਾਂ ਦੇ ਕਮਰੇ ਵਿੱਚ ਕੌਣ ਆਉਂਦਾ ਹੈ। ਜਦੋਂ ਰਾਤ ਨੂੰ ਉਮੇਸ਼ ਕਮਰੇ ਵਿੱਚ ਆਇਆ ਤਾਂ ਮੈਂ ਕਿਹਾ ਕਿ ਮਾਂ ਦੀ ਤਬੀਅਤ ਠੀਕ ਨਹੀਂ ਹੈ। ਉਹ ਮੈਨੂੰ ਮੇਰੀ ਮਾਂ ਬਾਰੇ ਪੁੱਛਣ ਲੱਗਾ। ਮਾਂ ਨੂੰ ਕੀ ਹੋਇਆ? ਮੈਂ ਕਿਹਾ, ਉਮੇਸ਼, ਮੈਂ ਅੱਜ ਰਾਤ ਮਾਂ ਕੋਲ ਸੌਣਾ ਚਾਹੁੰਦੀ ਹਾਂ। ਉਸ ਦੀ ਸਿਹਤ ਠੀਕ ਨਹੀਂ ਹੈ। ਮੇਰੀ ਗੱਲ ਸੁਣ ਕੇ ਉਸ ਨੇ ਕੋਈ ਇਤਰਾਜ਼ ਨਹੀਂ ਕੀਤਾ। ਕਹਿਣ ਲੱਗਾ, ਇਸ ਵਿੱਚ ਪੁੱਛਣ ਵਾਲੀ ਕੀ ਗੱਲ ਹੈ? ਤਾਂ ਤੂੰ ਜਾ ਆਪਣੀ ਮਾਂ ਦਾ ਖਿਆਲ ਰੱਖ। ਉਮੇਸ਼ ਬਹੁਤ ਚੰਗਾ ਇਨਸਾਨ ਸੀ। ਜਿੱਥੋਂ ਤੱਕ ਮੇਰੀ ਮਾਂ ਦਾ ਸੰਬੰਧ ਸੀ, ਉਸ ਨੇ ਕਦੇ ਮੇਰੇ ਉੱਤੇ ਕੋਈ ਸਖਤੀ ਨਹੀਂ ਕੀਤੀ ਸੀ। ਮੈਂ ਮੰਮੀ ਨਾਲ ਉਸਦੇ ਕਮਰੇ ਵਿੱਚ ਜਾ ਕੇ ਲੇਟ ਗਈ। ਮਾਂ ਸੌਂ ਰਹੀ ਸੀ, ਪਰ ਮੈਂ ਨੀਂਦ ਵਿੱਚ ਉਸਦੀ ਘਬਰਾਹਟ ਮਹਿਸੂਸ ਕਰ ਸਕਦੀ ਸੀ। ਮਾਂ ਦੀ ਘਬਰਾਹਟ ਦੇਖ ਕੇ ਮੇਰੇ ਹੋਸ਼ ਉੱਡ ਗਏ। ਇਸ ਦਾ ਮਤਲਬ ਇਹ ਸੀ ਕਿ ਰਾਤ ਨੂੰ ਮੇਰੀ ਮਾਂ ਕੋਲ ਕੋਈ ਆਉਂਦਾ ਹੈ, ਅਤੇ ਇਹ ਸਭ ਕੁਝ ਸੋਚਦਿਆਂ ਮੈਂ ਸਾਰੀ ਰਾਤ ਸੌਂ ਨਹੀਂ ਸਕੀ। ਸਾਰੀ ਰਾਤ ਕਮਰੇ ਵਿੱਚ ਕੋਈ ਨਹੀਂ ਆਇਆ। ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਉਮੇਸ਼ ਅਤੇ ਮੇਰਾ ਦਿਓਰ ਘਰੋਂ ਚਲੇ ਗਏ। ਮੇਰਾ ਸਹੁਰਾ ਆਪਣੇ ਕੰਮ ਤੇ ਚਲਾ ਗਿਆ। ਮੈਂ ਮਾਂ ਨੂੰ ਆਪਣੇ ਕਮਰੇ ਵਿੱਚ ਲੈ ਆਈ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਰਾਤ ਨੂੰ ਤੁਹਾਡੇ ਕਮਰੇ ਵਿੱਚ ਕੋਈ ਆਉਂਦਾ ਹੈ? ਮੇਰੀ ਮਾਂ ਨੇ ਜੋ ਕਿਹਾ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਸ ਨੇ ਇਸ਼ਾਰਾ ਕਰਕੇ ਦੱਸਿਆ ਕਿ ਕੋਈ ਬੰਦਾ ਆ ਕੇ ਉਹਨਾਂ ਨੂੰ ਨਸ਼ੇ ਵਾਲੀ ਦਵਾਈ ਸੁੰਘਾ ਕੇ ਬੇਹੋਸ਼ ਕਰ ਦਿੰਦਾ ਹੈ। ਇਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਉਸ ਨਾਲ ਕੀ ਹੁੰਦਾ ਹੈ। ਮਾਂ ਨੂੰ ਵੀ ਨਹੀਂ ਪਤਾ ਸੀ ਕਿ ਉਹ ਆਦਮੀ ਕੌਣ ਸੀ। ਮੇਰਾ ਪਹਿਲਾ ਸ਼ੱਕ ਮੇਰੇ ਸਹੁਰੇ ਤੇ ਸੀ ਕਿ ਉਹ ਹਰ ਵੇਲੇ ਘਰ ਵਿੱਚ ਮੌਜੂਦ ਰਹਿੰਦਾ ਸੀ, ਪਰ ਫਿਰ ਮੈਨੂੰ ਇਹ ਖਿਆਲ ਵੀ ਆਉਣ ਲੱਗਾ ਕਿ ਉਹ ਬਹੁਤ ਚੰਗਾ ਇਨਸਾਨ ਹੈ। ਉਹ ਆਪਣੀ ਮ੍ਰਿਤਕ ਪਤਨੀ ਦੀ ਆਤਮਾ ਦੀ ਸ਼ਾਂਤੀ ਲਈ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ। ਮੇਰਾ ਦਿਲ ਬੜਾ ਅਜੀਬ ਜਿਹਾ ਮਹਿਸੂਸ ਕਰਨ ਲੱਗਾ ਸੀ। ਇੱਕ ਪਾਸੇ ਤਾਂ ਮੇਰਾ ਸਹੁਰਾ ਸੀ ਜੋ ਬਹੁਤ ਚੰਗਾ ਇਨਸਾਨ ਸੀ ਅਤੇ ਬਹੁਤ ਹੀ ਸੂਝਵਾਨ ਸੀ, ਦੂਜੇ ਪਾਸੇ ਮੈਨੂੰ ਆਪਣੇ ਦਿਓਰ ਤੇ ਸ਼ੱਕ ਹੋਣ ਲੱਗਾ। ਉਹ ਰਾਤ ਨੂੰ ਕਾਫੀ ਦੇਰ ਤੱਕ ਜਾਗਦਾ ਰਹਿੰਦਾ ਸੀ। ਉਸ ਦੇ ਕਮਰੇ ਵਿੱਚੋਂ TV ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ।
ਇੱਕ ਵਾਰ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਬਿਲਕੁਲ ਆਪਣੀ ਮਾਂ ਵਰਗੀ ਹੋ। ਤੇਰੀ ਮਾਂ ਬਹੁਤ ਸੋਹਣੀ ਹੈ। ਉਹ ਤੁਹਾਡੀ ਮਾਂ ਨਹੀਂ, ਤੁਹਾਡੀ ਵੱਡੀ ਭੈਣ ਜਾਪਦੀ ਹੈ। ਇਹ ਗੱਲ ਉਹਨਾਂ ਨੇ ਮੇਰੇ ਵਿਆਹ ਦੀ ਸ਼ੁਰੂਆਤੀ ਦਿਨਾਂ 'ਚ ਕਹੀ ਸੀ। ਮੈਂ ਹੱਸ ਕੇ ਟਾਲ ਦਿੱਤਾ ਸੀ, ਪਰ ਹੁਣ ਜਿਵੇਂ ਹੀ ਇਹ ਗੱਲ ਮੇਰੇ ਦਿਮਾਗ ਵਿੱਚ ਆਈ, ਮੇਰੇ ਅੰਦਰ ਅੱਗ ਲੱਗ ਗਈ ਅਤੇ ਇਹ ਸਾਰੀਆਂ ਗੱਲਾਂ ਮੇਰੇ ਲਈ ਐਸੀ ਸਨ। ਕੋਈ ਮੇਰੀ ਮਾਂ ਨੂੰ ਬੇਹੋਸ਼ ਕਰਕੇ ਜ਼ਬਰਦਸਤੀ ਕਰਦਾ ਸੀ। ਮੇਰੀ ਮਾਂ ਨੂੰ ਲੱਗਾ ਕਿ ਉਸ ਨਾਲ ਕੋਈ ਗਲਤ ਕੰਮ ਕੀਤਾ ਜਾ ਰਿਹਾ ਹੈ, ਪਰ ਉਹ ਬੇਹੋਸ਼ ਹੁੰਦੀ ਸੀ। ਇਹ ਮੇਰੇ ਲਈ ਐਸੇ ਹੀ ਹੋ ਗਿਆ ਸੀ। ਉਸ ਆਦਮੀ ਨੂੰ, ਇਹ ਗੂੰਗੀ ਅਤੇ ਬਿਮਾਰ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਿੱਚ ਵੀ ਕੋਈ ਸ਼ਰਮ ਨਹੀਂ ਸੀ। ਮੇਰੀ ਲਾਚਾਰੀ ਅਜਿਹੀ ਸੀ ਕਿ ਜੇ ਮੈਂ ਆਵਾਜ਼ ਉਠਾਈ ਹੁੰਦੀ ਤਾਂ ਮੇਰੇ ਤੇ ਤਲਾਕ ਦਾ ਦਾਗ ਲੱਗ ਜਾਂਦਾ। ਉਮੇਸ਼ ਭਾਵੇਂ ਜਿੰਨਾ ਵੀ ਚੰਗਾ ਸੀ, ਪਰ ਉਹ ਆਪਣੇ ਪਿਤਾ ਅਤੇ ਭਰਾ ਦੇ ਵਿਰੁੱਧ ਕੋਈ ਗੱਲ ਨਹੀਂ ਸੁਣ ਸਕਦਾ ਸੀ ਅਤੇ ਨਾ ਹੀ ਉਹ ਉਹਨਾਂ ਦੇ ਵਿਰੁੱਧ ਕੋਈ ਗੱਲ ਸਵੀਕਾਰ ਕਰਦਾ ਸੀ, ਕਿਉਂਕਿ ਉਹ ਮੇਰੀ ਮਾਂ ਦੀ ਜਿੰਨੀ ਇੱਜ਼ਤ ਕਰਦਾ ਸੀ, ਉਹ ਓਨੀ ਹੀ ਆਪਣੇ ਪਿਤਾ ਦੀ ਸੇਵਾ ਵੀ ਕਰਦਾ ਸੀ। ਵੈਸੇ ਤਾਂ ਮੇਰਾ ਸਹੁਰਾ ਵੀ ਮੇਰੀ ਮਾਂ ਨੂੰ ਭੈਣ ਕਹਿ ਕੇ ਬੁਲਾਉਂਦਾ ਸੀ। ਮੇਰੇ ਸਾਹਮਣੇ ਤਾਂ ਉਸ ਨੇ ਕਦੇ ਮੇਰੀ ਮਾਂ ਵੱਲ ਤੱਕਿਆ ਵੀ ਨਹੀਂ ਸੀ, ਪਰ ਜੋ ਵੀ ਉਹ ਭੋਲੇਪਨ ਦੀ ਆੜ ਵਿੱਚ ਕਰ ਰਿਹਾ ਸੀ, ਉਹ ਬਹੁਤ ਮਾੜਾ ਸੀ। ਮੈਨੂੰ ਆਪਣੇ ਸਹੁਰੇ ਤੇ ਗੁੱਸਾ ਆਉਣ ਲੱਗਾ। ਮੈਨੂੰ ਯਾਦ ਆਉਣ ਲੱਗਾ ਜਦੋਂ ਮੈਂ ਕੰਮ ਕਰਦੀ ਸੀ ਤਾਂ ਮੇਰੇ ਨਾਲ ਰਸੋਈ ਵਿੱਚ ਹੁੰਦੀ ਸੀ। ਕਈ ਵਾਰ ਮੇਰਾ ਸਹੁਰਾ ਰਸੋਈ ਵਿੱਚ ਆਉਂਦਾ ਅਤੇ ਮੈਨੂੰ ਆਪਣੇ ਕਮਰੇ ਵਿੱਚ ਬੈੱਡ ਸ਼ੀਟ ਬਦਲਣ ਲਈ ਕਹਿੰਦਾ। ਮੈਂ ਰਸੋਈ ਛੱਡ ਕੇ ਉਸਦੇ ਕਮਰੇ ਵਿੱਚ ਚਲੀ ਜਾਂਦੀ ਅਤੇ ਜਾਂਦੇ ਮੈਂ ਉਸਦੇ ਕਮਰੇ ਦੀ ਸਫਾਈ ਕਰਕੇ ਵਾਪਸ ਆਉਂਦੀ ਤਾਂ ਉਹ ਰਸੋਈ ਵਿੱਚ ਆਪਣੇ ਲਈ ਚਾਹ ਬਣਾ ਰਿਹਾ ਹੁੰਦਾ। ਜਦੋਂ ਮੈਂ ਰਸੋਈ ਵਿੱਚ ਆਉਂਦੀ ਤਾਂ ਉਹ ਕਹਿੰਦਾ, ਤੁਸੀਂ ਥੱਕੇ ਹੋਏ ਹੋਵੋਗੇ, ਇਸੇ ਲਈ ਮੈਂ ਆਪਣੇ ਆਪ ਹੀ ਚਾਹ ਬਣਾ ਲਵਾਂ। ਤਾਂ ਉਹ ਮੈਨੂੰ ਦੇਖ ਕੇ ਮੁਸਕਰਾ ਕੇ ਆਪਣਾ ਕੱਪ ਚੱਕ ਕੇ ਰਸੋਈ ਵਿੱਚੋਂ ਬਾਹਰ ਚਲੇ ਜਾਂਦੇ। ਉਸ ਸਮੇਂ ਇਹ ਗੱਲ ਮੈਨੂੰ ਸਧਾਰਨ ਲੱਗਦੀ ਸੀ, ਪਰ ਹੁਣ ਮੈਨੂੰ ਹਰ ਸਧਾਰਨ ਗੱਲ ਤੇ ਸ਼ੱਕ ਹੋਣ ਲੱਗਾ। ਇੱਕ ਵਾਰ ਉਹ ਬਾਜ਼ਾਰ ਤੋਂ ਮੇਰੇ ਲਈ ਫਲ ਲਿਆਏ ਅਤੇ 1 ਕਿਲੋ ਫਲ ਵੱਖਰੇ ਰੱਖ ਦਿੱਤੇ। ਉਹਨਾਂ ਨੇ ਕਿਹਾ ਕਿ ਤੁਹਾਡੀ ਮਾਂ ਬਹੁਤ ਕਮਜ਼ੋਰ ਹੋ ਰਹੀ ਹੈ, ਤੁਸੀਂ ਸ਼ਾਇਦ ਝਿਜਕ ਦੇ ਕਾਰਨ ਉਸ ਲਈ ਕੁਝ ਨਹੀਂ ਮੰਗਦੇ, ਇਸ ਲਈ ਇਹ ਫਲ ਉਸ ਨੂੰ ਦੇ ਦਿਓ। ਉਸ ਸਮੇਂ ਵੀ ਮੈਂ ਮਹਿਸੂਸ ਕੀਤਾ ਕਿ ਮੇਰੇ ਸਹੁਰੇ ਦੇ ਇਰਾਦੇ ਠੀਕ ਨਹੀਂ ਹਨ। ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਦੇਖਿਆ ਕਿ ਉਮੇਸ਼ ਕਮਰੇ ਵਿੱਚ ਨਹੀਂ ਸੀ। ਫਿਰ ਕਾਫੀ ਦੇਰ ਬਾਅਦ ਜਦੋਂ ਉਹ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਗਏ ਸੀ, ਤਾਂ ਉਸਨੇ ਕਿਹਾ ਕਿ ਉਸ ਨੂੰ ਸਿਗਰਟ ਪੀਣ ਦੀ ਆਦਤ ਹੈ। ਰਾਤ ਨੂੰ ਜਦੋਂ ਪਿਤਾ ਜੀ ਗੂੜੀ ਨੀਂਦ ਵਿੱਚ ਸੌਂਦੇ ਹਨ, ਮੈਂ ਛੱਤ ਤੇ ਜਾ ਕੇ ਸਿਗਰਟ ਪੀਂਦਾ ਹਾਂ, ਨਹੀਂ ਤਾਂ ਪਿਤਾ ਜੀ ਨੂੰ ਤੁਰੰਤ ਸਿਗਰਟ ਦੀ ਸਮੈਲ ਆ ਜਾਂਦੀ ਹੈ ਅਤੇ ਉਹ ਮੈਨੂੰ ਝਿੜਕਦੇ ਹਨ। ਮੈਂ ਮੁਸਕਰਾ ਕੇ ਕਿਹਾ ਕਿ ਉਹ ਸਿਰਫ ਤੁਹਾਡੇ ਫਾਇਦੇ ਦੀ ਗੱਲ ਕਰਦੇ ਹਨ। ਉਹ ਛੋਟੀਆਂ-ਛੋਟੀਆਂ ਗੱਲਾਂ ਜੋ ਆਮ ਘਰਾਂ ਵਿੱਚ ਹੁੰਦੀਆਂ ਹਨ, ਮੈਨੂੰ ਉਹਨਾਂ ਸਾਰੀਆਂ ਗੱਲਾਂ ਤੇ ਸ਼ੱਕ ਹੋਣ ਲੱਗਾ। ਮੇਰੀ ਮਾਂ ਉਸ ਉਮਰ ਵਿੱਚ ਬਹੁਤ ਮੁਸੀਬਤ ਵਿੱਚ ਸੀ। ਉਹ ਇੱਕ ਅਜਿਹੀ ਸਮੱਸਿਆ ਤੋਂ ਪੀੜਤ ਸੀ ਜਿਸ ਤੋਂ ਉਹ ਅਣਜਾਣ ਸੀ ਅਤੇ ਹਰ ਪਲ ਮੇਰੇ ਲਈ ਔਖਾ ਸੀ। ਮੈਂ ਆਪਣੀ ਮਾਂ ਨੂੰ ਇਹ ਸਾਰਾ ਸੱਚ ਕਿਵੇਂ ਦੱਸ ਸਕਦੀ ਹਾਂ? ਮੈਂ ਡਾਕਟਰ ਤੋਂ ਜੋ ਵੀ ਸੁਣਿਆ ਸੀ, ਉਹ ਨਾ ਤਾਂ ਬੋਲ ਸਕਦੀ ਸੀ ਅਤੇ ਨਾ ਹੀ ਆਪਣੀ ਸਮੱਸਿਆ ਕਿਸੇ ਨੂੰ ਦੱਸ ਸਕਦੀ ਸੀ। ਜੇ ਉਹ ਨਾ ਵੀ ਦੱਸਦੀ ਤਾਂ ਇਹ ਗੱਲ ਕਿਵੇਂ ਲੁਕੀ ਰਹਿ ਸਕਦੀ ਸੀ? ਉਹ ਬਾਹਰੋਂ ਤਾਂ ਚੁੱਪ ਸੀ, ਪਰ ਅੰਦਰੋਂ ਉਹ ਬਹੁਤ ਦੁੱਖ ਅਤੇ ਤਕਲੀਫ ਵਿੱਚੋਂ ਲੰਘ ਰਹੀ ਸੀ। ਮੈਨੂੰ ਵੀ ਪਤਾ ਸੀ। ਹੁਣ ਮੈਂ ਹਰ ਰੋਜ਼ ਉਮੇਸ਼ ਨੂੰ ਬਹਾਨਾ ਬਣਾਉਂਦੀ ਹਾਂ ਕਿ ਮਾਂ ਦੀ ਸਿਹਤ ਠੀਕ ਨਹੀਂ ਹੈ। ਮੈਂ ਆਪਣੀ ਮਾਂ ਨਾਲ ਸੌਣ ਜਾ ਰਹੀ ਹਾਂ। ਮੈਂ ਸਾਰੀ ਰਾਤ ਉਸ ਬੰਦੇ ਦਾ ਇੰਤਜ਼ਾਰ ਕਰਦੀ ਰਹੀ ਜੋ ਮੇਰੀ ਮਾਂ ਨੂੰ ਇੰਨਾ ਦੁੱਖ ਦਿੰਦਾ ਸੀ। ਉਮੇਸ਼ ਕੁਝ ਦਿਨ ਚੁੱਪ ਰਿਹਾ। ਉਸ ਤੋਂ ਬਾਅਦ ਮੂੰਹੋਂ ਤਾਂ ਉਸ ਨੇ ਕਦੇ ਕੁਝ ਨਹੀਂ ਕਿਹਾ, ਪਰ ਉਹ ਮੇਰੇ ਤੋਂ ਨਾਰਾਜ਼ ਰਹਿਣ ਲੱਗਾ। ਉਸ ਦੀਆਂ ਅੱਖਾਂ ਵਿੱਚ ਮੇਰੇ ਵਿਰੁੱਧ ਸ਼ਿਕਾਇਤਾਂ ਸਨ। ਸਾਡੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਸਨ ਅਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਸਾਰਾ ਦਿਨ ਦਫ਼ਤਰ ਵਿੱਚ ਬਿਤਾਉਣ ਲਈ ਮਜਬੂਰ ਸੀ, ਪਰ ਉਹ ਰਾਤ ਨੂੰ ਮੇਰੇ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦਾ ਸੀ। ਪਰ ਮੈਂ ਆਪ ਇਸ ਮਾਨਸਿਕ ਉਲਝਣ ਦਾ ਸ਼ਿਕਾਰ ਸੀ। ਮੈਨੂੰ ਉਮੇਸ਼ ਦੀ ਕਿਸੇ ਇੱਛਾ ਦਾ ਧਿਆਨ ਵੀ ਨਹੀਂ ਸੀ ਅਤੇ ਹੁਣ ਮੈਂ ਉਸ ਦਾ ਕੰਮ ਕਰਨਾ ਵੀ ਭੁੱਲ ਜਾਂਦੀ ਸੀ। ਮੈਂ ਰਾਤ ਨੂੰ ਉਮੇਸ਼ ਦੇ ਕੱਪੜਿਆਂ ਨੂੰ ਪ੍ਰੈਸ ਕਰਨਾ ਵੀ ਭੁੱਲ ਗਈ ਸੀ। ਉਹ ਪਹਿਲਾਂ ਵੀ ਮੇਰੇ ਤੋਂ ਨਾਰਾਜ਼ ਸੀ। ਫਿਰ ਜਦੋਂ ਉਹ ਸਵੇਰੇ ਦਫ਼ਤਰ ਲਈ ਲੇਟ ਹੋਇਆ ਤਾਂ ਉਸਨੇ ਗੁੱਸੇ ਵਿੱਚ ਆਪਣੇ ਕੱਪੜਿਆਂ ਤੇ ਪ੍ਰੈਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਕੱਪੜੇ ਪ੍ਰੈਸ ਕਰਨ ਲਈ ਕਿਹਾ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਮੈਨੂੰ ਕਿਹਾ ਕਿ ਤੂੰ ਆਪਣੀ ਮਾਂ ਦੀ ਸੇਵਾ ਕਰ, ਤੁਹਾਡੇ ਲਈ ਸਿਰਫ ਇਹ ਹੀ ਜ਼ਰੂਰੀ ਕੰਮ ਹੈ। ਹੁਣ ਉਹ ਇੰਨੇ ਗੁੱਸੇ ਵਿੱਚ ਸੀ ਕਿ ਉਹ ਮੇਰੀ ਕੋਈ ਵੀ ਗੱਲ ਨਹੀਂ ਸੁਣ ਰਿਹਾ ਸੀ। ਮੈਂ ਕਿਹਾ ਨਾਸ਼ਤਾ ਕਰ ਲਓ। ਫਿਰ ਉਹ ਬਿਨਾਂ ਨਾਸ਼ਤਾ ਕੀਤੇ ਹੀ ਦਫ਼ਤਰ ਚਲਾ ਗਿਆ।
ਮੈਂ ਆਪਣੀ ਮਾਂ ਕਰਕੇ ਬਹੁਤ ਚਿੰਤਤ ਸੀ, ਪਰ ਇਸ ਤੋਂ ਬਾਅਦ ਉਮੇਸ਼ ਦਾ ਰਵੱਈਆ ਦੇਖ ਕੇ ਮੈਂ ਹੋਰ ਵੀ ਪਰੇਸ਼ਾਨ ਹੋ ਗਈ। ਮੈਂ ਆਪਣੇ ਕਮਰੇ ਵਿੱਚ ਬੈਠ ਕੇ ਰੋਣ ਲੱਗ ਪਈ। ਰਾਤ ਨੂੰ ਉਮੇਸ਼ ਦਾ ਮੂਡ ਬਹੁਤ ਖਰਾਬ ਸੀ, ਇਸ ਲਈ ਮੈਂ ਮਾਂ ਦੇ ਕਮਰੇ ਵਿੱਚ ਜਾਣ ਲਈ ਨਹੀਂ ਕਿਹਾ। ਮੈਂ ਆਪਣੀ ਗਲਤੀ ਲਈ ਉਮੇਸ਼ ਤੋਂ ਪਹਿਲਾਂ ਹੀ ਮਾਫ਼ੀ ਮੰਗ ਚੁੱਕੀ ਸੀ, ਪਰ ਉਹ ਕਹਿਣਾ ਲੱਗਾ ਕਿ ਮਾਫ਼ੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ। ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮੈਨੂੰ ਦਿਨ ਭਰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਵੀ ਨਹੀਂ ਮਿਲਦਾ, ਅਤੇ ਰਾਤ ਨੂੰ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਤੁਹਾਡੇ ਕੋਲ ਮੇਰੇ ਲਈ ਸਮਾਂ ਨਹੀਂ ਹੁੰਦਾ। ਮੈਂ ਜਲਦੀ ਹੀ ਉਹਨਾਂ ਨੂੰ ਮਨਾ ਲਿਆ ਤੇ ਉਹ ਝੱਟ ਮੰਨ ਗਿਆ। ਪਰ ਅਗਲੀ ਸਵੇਰ ਮਾਂ ਨੇ ਇਸ਼ਾਰਾ ਕਰਕੇ ਪੁੱਛਿਆ ਕਿ ਤੁਸੀਂ ਕੱਲ ਰਾਤ ਮੇਰੇ ਨਾਲ ਕਿਉਂ ਨਹੀਂ ਸੋਏ। ਉਹ ਰਾਤ ਫਿਰ ਆਇਆ ਸੀ ਅਤੇ ਇਹ ਰਾਤ ਮੇਰੇ ਲਈ ਬਹੁਤ ਦੁਖਦਾਈ ਸੀ। ਮਾਂ ਨੇ ਮੈਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ। ਮੇਰਾ ਦਿਲ ਫਟ ਗਿਆ ਕਿ ਮੈਂ ਇਸ ਬੰਦੇ ਦਾ ਕੀ ਕਰਾਂ। ਮੇਰੇ ਹੰਝੂ ਵਹਿਣ ਲੱਗੇ। ਇਹ ਸਭ ਕੌਣ ਕਰ ਰਿਹਾ ਸੀ? ਇਸ ਸ਼ਹਿਰ ਵਿੱਚ ਨਾ ਤਾਂ ਮੇਰਾ ਕੋਈ ਰਿਸ਼ਤੇਦਾਰ ਸੀ ਅਤੇ ਨਾ ਹੀ ਮੇਰਾ ਕੋਈ ਕਰੀਬੀ ਜਿਸ ਉੱਤੇ ਮੈਂ ਭਰੋਸਾ ਕਰਕੇ ਆਪਣੀ ਮਾਂ ਨੂੰ ਉਸ ਕੋਲ ਛੱਡ ਸਕਦੀ ਅਤੇ ਉਹ ਬੋਲ ਵੀ ਨਹੀਂ ਸਕਦੀ ਸੀ। ਮੈਂ ਉਸ ਦੇ ਠਹਿਰਨ ਦਾ ਵੱਖਰਾ ਪ੍ਰਬੰਧ ਕਰ ਸਕਦੀ ਸੀ, ਪਰ ਉਹ ਇੱਕ ਬੇਵੱਸ ਔਰਤ ਸੀ। ਬਾਥਰੂਮ ਵੀ ਉਸ ਨੂੰ ਮੈਂ ਹੀ ਲੈ ਕੇ ਜਾਂਦੀ ਸੀ। ਬੁਢਾਪੇ ਕਾਰਨ ਉਸ ਨੂੰ ਤੁਰਨ ਫਿਰਨ ਵਿੱਚ ਕਾਫੀ ਦਿੱਕਤ ਆਉਂਦੀ ਸੀ। ਮੈਂ ਅਜੇ ਵੀ ਇਸ ਪ੍ਰੋਬਲਮ ਵਿੱਚੋਂ ਬਾਹਰ ਨਹੀਂ ਨਿਕਲ ਸਕੀ ਸੀ ਕਿ ਕੀ ਕਰਾਂ ਅਤੇ ਕੀ ਨਹੀਂ। ਇੱਕ ਵਾਰ ਮੈਨੂੰ ਮਾਂ ਦੇ ਕਮਰੇ ਵਿੱਚੋਂ ਕੁਝ ਅਜੀਬ ਜਿਹੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ, ਜਿਵੇਂ ਕੋਈ ਚੀਜ਼ ਸੁੱਟ ਰਿਹਾ ਹੋਵੇ। ਮੈਂ ਕਾਹਲੀ ਨਾਲ ਉੱਠੀ ਤੇ ਜਦ ਮੈਂ ਦੇਖਿਆ ਤਾਂ ਉਮੇਸ਼ ਵੀ ਕਮਰੇ ਵਿੱਚ ਨਹੀਂ ਸੀ। ਜਦੋਂ ਮੈਂ ਉੱਠ ਕੇ ਤੇਜ਼ੀ ਨਾਲ ਬਾਹਰ ਗਈ ਤਾਂ ਮੇਰਾ ਦਿਓਰ ਮੇਰੀ ਮਾਂ ਦੇ ਕਮਰੇ ਵਿੱਚ ਸੀ ਅਤੇ ਮੇਰੀ ਮਾਂ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਇੰਨੀ ਘਬਰਾ ਗਈ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਹਿ ਰਹੀ ਹੈ। ਮਾਂ ਆਪਣੇ ਹੱਥਾਂ ਨੂੰ ਖੱਬੇ ਅਤੇ ਸੱਜੇ ਹਿਲਾ ਰਹੀ ਸੀ, ਜਿਵੇਂ ਉਹ ਕਿਸੇ ਨੂੰ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮੇਰੀ ਮਾਂ ਦੇ ਮੰਜੇ ਤੋਂ ਥੋੜੀ ਦੂਰੀ ਤੇ ਮੇਰਾ ਦਿਓਰ ਖੜਾ ਸੀ। ਮੈਨੂੰ ਦੇਖ ਕੇ ਉਹ ਵੀ ਡਰ ਗਿਆ। ਮੈਨੂੰ ਲੱਗਾ ਕਿ ਸ਼ਾਇਦ ਉਹ ਮਾਂ ਦੀ ਹਾਲਤ ਲਈ ਜ਼ਿੰਮੇਵਾਰ ਸੀ। ਮੈਂ ਗੁੱਸੇ ਨਾਲ ਉਸਦੇ ਕੋਲ ਗਈ ਅਤੇ ਉਸਦਾ ਕਾਲਰ ਫੜ ਲਿਆ ਅਤੇ ਉਸ ਨੂੰ ਹਿਲਾਉਣ ਦਿੱਤਾ। ਮੈਂ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ? ਮੇਰੀ ਮਾਂ ਨਾਲ ਅਜਿਹਾ ਘਟੀਆ ਕੰਮ ਕਰਦੇ ਹੋਏ। ਉਸ ਦਾ ਰੰਗ ਫਿੱਕਾ ਪੈ ਗਿਆ। ਉਸ ਨੇ ਕਿਹਾ, ਭਾਬੀ ਇਹ ਕੀ ਕਹਿ ਰਹੀ ਹੈ? ਪਾਗਲ ਹੋ ਗਈ ਹੈ? ਮੈਂ ਤੇਰੀ ਮਾਂ ਨੂੰ ਦੇਖਣ ਆਇਆ ਸੀ ਕਿਉਂਕਿ ਕਮਰੇ ਵਿੱਚੋਂ ਅਜੀਬ ਆਵਾਜ਼ ਆ ਰਹੀ ਸੀ। ਮੈਂ ਕਿਹਾ, ਤੁਸੀਂ ਝੂਠ ਬੋਲ ਰਹੇ ਹੋ, ਮੈਨੂੰ ਦੇਖ ਕੇ ਬਹਾਨੇ ਬਣਾ ਰਹੇ ਹੋ। ਤੁਸੀਂ ਹਰ ਰੋਜ਼ ਮੇਰੀ ਮਾਂ ਨੂੰ ਆਪਣੀ ਹਾਫਸ ਦਾ ਨਿਸ਼ਾਨਾ ਬਣਾਉਂਦੇ ਹੋ। ਜਦੋਂ ਮੈਂ ਰੌਲਾ ਪਾਇਆ ਤਾਂ ਮੇਰਾ ਸਹੁਰਾ ਅਤੇ ਪਤੀ ਦੋਵੇਂ ਉੱਥੇ ਪਹੁੰਚ ਗਏ। ਮੇਰਾ ਦਿਓਰ ਆਪਣੇ ਆਪ ਨੂੰ ਮੇਰੇ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰਾ ਪਤੀ ਵੀ ਮੇਰੇ ਕੋਲ ਆ ਕੇ ਖੜਾ ਹੋ ਗਿਆ। ਮੇਰਾ ਦਿਓਰ ਵੀ ਮੇਰੇ ਤੇ ਭੜਕ ਉੱਠਿਆ ਸੀ। ਉਹ ਕਹਿਣ ਲੱਗਾ ਕਿ ਤੇਰੀ ਮਾਂ ਮੇਰੀ ਮਾਂ ਵਰਗੀ ਹੈ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਮੇਰੇ ਤੇ ਅਜਿਹਾ ਇਲਜ਼ਾਮ ਲਾਉਂਦੇ ਹੋਏ। ਮੈਂ ਸੁੱਤਾ ਪਿਆ ਸੀ। ਤੇਰੀ ਮਾਂ ਦੇ ਕਮਰੇ ਵਿੱਚੋਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣ ਕੇ ਮੈਂ ਭੱਜ ਕੇ ਆਇਆ। ਜਦੋਂ ਮੈਂ ਉਸ ਨੂੰ ਪੁੱਛਣ ਹੀ ਵਾਲਾ ਸੀ ਕਿ ਤੁਸੀਂ ਆ ਗਏ ਅਤੇ ਮੈਂ ਉਸ ਨੂੰ ਕਿਹਾ ਕਿ ਨਹੀਂ, ਤੁਸੀਂ ਝੂਠ ਬੋਲ ਰਹੇ ਹੋ। ਮੇਰੇ ਪਤੀ ਨੇ ਮੇਰੇ ਦਿਓਰ ਦਾ ਕਾਲਰ ਛੁਡਾਇਆ ਅਤੇ ਮੇਰੇ ਤੇ ਗੁੱਸੇ ਹੋ ਗਏ। ਉਹਨਾਂ ਨੇ ਪੁੱਛਿਆ, ਤੁਸੀਂ ਇੰਨੀ ਦੇਰ ਰਾਤ ਇਹ ਕੀ ਡਰਾਮਾ ਕਰ ਰਹੇ ਹੋ ਤੇ ਇੰਨਾ ਰੌਲਾ ਕਿਉਂ ਪਾ ਰਹੇ ਹੋ? ਸਾਡੇ ਗੁਆਂਢੀ ਸਾਡੇ ਬਾਰੇ ਕੀ ਸੋਚਣਗੇ? ਉਮੇਸ਼ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਮੈਂ ਕਹਿਣ ਲੱਗੀ ਕਿ ਤੇਰਾ ਭਰਾ ਚੰਗਾ ਮੁੰਡਾ ਨਹੀਂ ਹੈ। ਹਰ ਰਾਤ ਮੇਰੀ ਮਾਂ ਨੂੰ ਬੇਹੋਸ਼ ਕਰਨ ਤੋਂ ਬਾਅਦ ਮੈਂ ਅਜੇ ਗੱਲ ਪੂਰੀ ਨਹੀਂ ਕੀਤੀ ਸੀ ਕਿ ਉਮੇਸ਼ ਨੇ ਮੇਰੀ ਗੱਲ ਤੇ ਬਹੁਤ ਜ਼ੋਰ ਨਾਲ ਥੱਪੜ ਮਾਰਿਆ। ਮੈਂ ਡਿੱਗ ਪਈ। ਉਮੇਸ਼ ਨੇ ਕਿਹਾ ਕਿ ਕੀ ਬਕਵਾਸ ਕਰ ਰਹੇ ਹੋ? ਜੋ ਵੀ ਮੂੰਹ ਵਿੱਚ ਆ ਰਿਹਾ ਹੈ ਤੁਸੀਂ ਬੋਲ ਰਹੇ ਹੋ। ਤੁਸੀਂ ਕੌਣ ਹੋ ਮੇਰੇ ਭਰਾ ਤੇ ਦੋਸ਼ ਲਾਉਣ ਵਾਲੇ? ਮੇਰਾ ਸਹੁਰਾ ਵੀ ਬਹੁਤ ਗੁੱਸੇ ਹੋ ਗਿਆ। ਉਸ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਤੁਹਾਡੀ ਮਾਂ ਨੂੰ ਬੇਸਹਾਰਾ ਸਮਝ ਕੇ ਉਸ ਨੂੰ ਭੈਣ ਸਮਝ ਕੇ ਆਪਣੇ ਘਰ ਰੱਖਿਆ ਅਤੇ ਤੁਸੀਂ ਸ਼ੁਕਰਗੁਜ਼ਾਰ ਹੋਣ ਦੀ ਥਾਂ ਤੇ ਮੇਰੇ ਹੀ ਪੁੱਤਰ ਤੇ ਦੋਸ਼ ਲਗਾ ਰਹੇ ਹੋ। ਆਖਰ ਉਹੀ ਹੋਇਆ ਜਿਸ ਦਾ ਡਰ ਸੀ। ਮੇਰਾ ਘਰ ਟੁੱਟ ਰਿਹਾ ਸੀ। ਉਮੇਸ਼ ਨੇ ਮੈਨੂੰ ਕਿਹਾ ਕਿ ਮੇਰੀ ਮਾਂ ਹੁਣ ਇਸ ਘਰ ਵਿੱਚ ਨਹੀਂ ਰਹਿ ਸਕਦੀ। ਮੈਂ ਉਹਨਾਂ ਲਈ ਕਿਤੇ ਹੋਰ ਪ੍ਰਬੰਧ ਕਰਾਂ। ਮੈਂ ਪਹਿਲਾਂ ਹੀ ਇਹਨਾਂ ਗੱਲਾਂ ਤੋਂ ਬਹੁਤ ਪਰੇਸ਼ਾਨ ਸੀ। ਹੁਣ ਮੇਰੀ ਮਾਂ ਨੂੰ ਲੈ ਕੇ ਮੈਂ ਇੱਥੇ ਜਾਂਦੀ ਕਿਉਂਕਿ ਮੈਂ ਵਿਆਹ ਤੋਂ ਪਹਿਲਾਂ ਹੀ ਆਪਣਾ ਘਰ ਕਿਰਾਏ ਤੇ ਦੇ ਦਿੱਤਾ ਸੀ। ਇੰਨੀ ਜਲਦੀ ਤਾਂ ਉਹ ਘਰ ਖਾਲੀ ਵੀ ਨਹੀਂ ਕਰਦੇ ਸੀ। ਮੈਂ ਇੰਨਾ ਪਰੇਸ਼ਾਨ ਸੀ ਕਿ ਮੈਨੂੰ ਚੱਕਰ ਆਇਆ ਅਤੇ ਹੇਠਾਂ ਡਿੱਗ ਪਈ। ਜਦੋਂ ਮੈਨੂੰ ਹੋਸ਼ ਆਈ ਤਾਂ ਉਮੇਸ਼ ਮੇਰੇ ਕੋਲ ਖੜਾ ਸੀ।
ਉਹ ਬਹੁਤ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ। ਮੇਰੇ ਡ੍ਰਿਪ ਲੱਗੀ ਹੋਈ ਸੀ। ਡਾਕਟਰ ਅਮੇਸ਼ ਨੂੰ ਮੇਰਾ ਖਿਆਲ ਰੱਖਣ ਲਈ ਕਹਿ ਰਹੀ ਸੀ। ਉਹ ਬਿਲਕੁਲ ਚੁੱਪ ਸੀ। ਜਿਵੇਂ ਹੀ ਮੇਰੀ ਡ੍ਰਿਪ ਖਤਮ ਹੋਈ ਉਹ ਮੈਨੂੰ ਘਰ ਲੈ ਆਏ। ਮੈਨੂੰ ਕਮਰੇ ਵਿੱਚ ਲਿਜਾ ਕੇ ਬਿਠਾਇਆ। ਉਹ ਮੇਰੇ ਸਾਹਮਣੇ ਬੈਠ ਕੇ ਕਹਿਣ ਲੱਗਾ ਕਿ ਤੂੰ ਮੇਰੇ ਭਰਾ ਤੇ ਜੋ ਘਿਨਾਉਣੇ ਇਲਜ਼ਾਮ ਲਾਏ ਹਨ, ਜੇਕਰ ਤੂੰ ਆਪਣੀ ਮਾਂ ਦਾ ਕਿਤੇ ਹੋਰ ਰਹਿਣ ਦਾ ਪ੍ਰਬੰਧ ਨਾ ਕਰਦੀ ਤਾਂ ਮੈਂ ਰਾਤ ਨੂੰ ਹੀ ਤੈਨੂੰ ਤਲਾਕ ਦੇ ਕੇ ਘਰੋਂ ਕੱਢ ਦਿੰਦਾ। ਪਰ ਤੁਸੀਂ ਬੇਹੋਸ਼ ਹੋ ਗਏ ਸੀ ਅਤੇ ਇਨਸਾਨੀਅਤ ਨਾਤੇ ਮੈਂ ਤੁਹਾਨੂੰ ਹਸਪਤਾਲ ਲੈ ਕੇ ਆਇਆ ਸੀ। ਪਰ ਤੁਹਾਨੂੰ ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰ ਨੇ ਜੋ ਖਬਰ ਸੁਣਾਈ ਉਸ ਅਨੁਸਾਰ ਹੁਣ ਮੈਂ ਤੁਹਾਨੂੰ ਕਦੇ ਛੱਡ ਨਹੀਂ ਸਕਦਾ। ਤੁਸੀਂ ਮੇਰੇ ਬੱਚੇ ਦੀ ਮਾਂ ਬਣਨ ਜਾ ਰਹੇ ਹੋ। ਮੈਂ ਉਸ ਦੀ ਗੱਲ ਸੁਣ ਕੇ ਸੋਚਾਂ ਵਿੱਚ ਗੁਆਚ ਗਈ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਮੈਂ ਇੱਕ ਬੱਚੇ ਦੀ ਮਾਂ ਬਣਨ ਜਾ ਰਹੀ ਹਾਂ। ਇਹ ਮੇਰੇ ਲਈ ਬਹੁਤ ਵਧੀਆ ਖਬਰ ਸੀ। ਪਰ ਜਿਨ੍ਹਾਂ ਹਾਲਾਤਾਂ ਵਿੱਚੋਂ ਮੈਨੂੰ ਗੁਜ਼ਰਨਾ ਪਿਆ, ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਆਪਣੀ ਕਿਸਮਤ ਤੇ ਖੁਸ਼ ਹੋਣਾ ਚਾਹੀਦਾ ਹੈ ਜਾਂ ਰੋਣਾ। ਮੇਰੇ ਹੰਝੂ ਵਹਿਣ ਲੱਗੇ। ਮੈਂ ਆਪਣੇ ਦੁੱਖਾਂ ਤੋਂ ਥੱਕ ਗਈ ਸੀ। ਉਮੇਸ਼ ਦੀ ਗੱਲ ਅਜੇ ਵੀ ਚੱਲ ਰਹੀ ਸੀ। ਉਹ ਕਹਿਣ ਲੱਗਾ, ਦੇਖ ਮਹਿਮਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਤੇਰੀ ਮਾਂ ਦੀ ਵੀ ਬਹੁਤ ਇੱਜ਼ਤ ਕਰਦਾ ਹਾਂ। ਸਾਡੇ ਪਿਤਾ ਨੇ ਸਾਨੂੰ ਔਰਤਾਂ ਦੀ ਇੱਜ਼ਤ ਕਰਨੀ ਸਿਖਾਈ ਹੈ। ਕਿਸੇ ਨੇ ਵੀ ਪੂਰੇ ਇਲਾਕੇ ਵਿੱਚ ਸਾਡੇ ਬਾਰੇ ਅਜੇ ਕੋਈ ਗੱਲ ਨਹੀਂ ਸੁਣੀ। ਤੁਸੀਂ ਮੇਰੇ ਭਰਾ ਤੇ ਜੋ ਦੋਸ਼ ਲਗਾਇਆ ਹੈ ਉਹ ਬਹੁਤ ਘਟੀਆ ਹੈ। ਚੰਗਾ ਹੋਵੇਗਾ ਜੇਕਰ ਤੁਸੀਂ ਉਸ ਤੋਂ ਮਾਫੀ ਮੰਗ ਲਵੋ। ਪਿਤਾ ਜੀ ਬਹੁਤ ਗੁੱਸੇ ਹਨ। ਜੇਕਰ ਤੁਸੀਂ ਮਾਫੀ ਨਹੀਂ ਮੰਗਦੇ ਤਾਂ ਤੁਹਾਡੀ ਮਾਂ ਇੱਥੇ ਨਹੀਂ ਰਹਿ ਸਕੇਗੀ। ਹੁਣ ਸੋਚ ਲਓ ਤੁਸੀਂ ਕੀ ਕਰਨਾ ਹੈ। ਮੈਂ ਇਹ ਸੋਚ ਕੇ ਹੈਰਾਨ ਹਾਂ ਕਿ ਅਜਿਹਾ ਸੋਚ ਕਿਵੇਂ ਲਿਆ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖ ਰਿਹਾ ਸੀ ਅਤੇ ਇਹ ਕਹਿ ਰਿਹਾ ਸੀ। ਮੈਂ ਉੱਠ ਕੇ ਆਪਣੀ ਮਾਂ ਦੀ ਰਿਪੋਰਟ ਉਮੇਸ਼ ਦੇ ਸਾਹਮਣੇ ਰੱਖੀ ਅਤੇ ਰੋਣ ਲੱਗ ਪਈ। ਉਮੇਸ਼ ਹੈਰਾਨ ਰਹਿ ਗਿਆ ਅਤੇ ਉਸ ਰਿਪੋਰਟ ਨੂੰ ਆਪਣੇ ਹੱਥ ਵਿੱਚ ਫੜ ਲਿਆ ਅਤੇ ਖੋਲ੍ਹ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਨੂੰ ਵੀ ਝਟਕਾ ਲੱਗਾ। ਉਹ ਰਿਪੋਰਟ ਬਾਰ-ਬਾਰ ਪੜ੍ਹ ਰਿਹਾ ਸੀ। ਮੈਂ ਰੋਣ ਲੱਗ ਪਈ। ਮੈਂ ਕਿਹਾ, ਇਹ ਪੜ੍ਹ ਕੇ ਮੈਂ ਕੀ ਸੋਚਾਂ ਉਮੇਸ਼? ਮੇਰੀ ਮਾਂ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਨਾਲ ਇਸ ਘਰ ਵਿੱਚ ਰਹਿ ਰਹੀ ਸੀ, ਇਸ ਘਰ ਵਿੱਚ ਰਹਿ ਰਹੀ ਹੈ ਅਤੇ ਕੋਈ ਉਸ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰ ਦਿੰਦਾ ਹੈ। ਉਮੇਸ਼ ਉਹ ਬੋਲ ਨਹੀਂ ਸਕਦੀ ਅਤੇ ਨਾ ਹੀ ਉਸ ਵਿਅਕਤੀ ਨੂੰ ਪਛਾਣ ਸਕਦੀ ਹੈ, ਕਿਉਂਕਿ ਜਿਸ ਪਲ ਉਹ ਵਿਅਕਤੀ ਉਸ ਦੇ ਕੋਲ ਆਉਂਦਾ ਹੈ ਉਹ ਬੇਹੋਸ਼ ਹੋ ਜਾਂਦੀ ਹੈ। ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੇ ਨਾਲ ਕੁਝ ਗਲਤ ਹੋ ਗਿਆ ਹੈ। ਮੈਨੂੰ ਕਿਸ ਤੇ ਸ਼ੱਕ ਕਰਨਾ ਚਾਹੀਦਾ ਹੈ? ਉਮੇਸ਼, ਮੈਨੂੰ ਤੁਹਾਡੇ ਭਰਾ ਤੋਂ ਮਾਫੀ ਮੰਗਣ ਤੇ ਕੋਈ ਇਤਰਾਜ਼ ਨਹੀਂ ਹੈ। ਮੈਂ ਆਪਣੇ ਘਰ ਨੂੰ ਬਚਾਉਣ ਲਈ ਹੱਥ ਜੋੜ ਕੇ ਤੇਰੇ ਭਰਾ ਤੋਂ ਮਾਫੀ ਮੰਗਾਂਗੀ। ਪਰ ਮੈਨੂੰ ਅਤੇ ਮੇਰੀ ਮਾਂ ਨੂੰ ਕਿਸ ਦਰਦ ਵਿੱਚੋਂ ਲੰਘਣਾ ਪੈ ਰਿਹਾ ਹੈ, ਮੈਨੂੰ ਦੱਸੋ। ਇਸ ਲਈ ਕੌਣ ਜ਼ਿੰਮੇਵਾਰ ਹੈ? ਤੁਸੀਂ ਮੇਰੇ ਪਤੀ ਹੋ। ਮੈਂ ਆਂਢ ਗੁਆਂਢ ਦੇ ਲੋਕਾਂ ਤੋਂ ਤੁਹਾਡੀ ਸ਼ਰਾਫਤ ਦੀ ਮਿਸਾਲ ਕਿਉਂ ਲਵਾਂ? ਤੁਸੀਂ ਹੀ ਦੱਸੋ। ਮੇਰੀ ਮਾਂ ਤੁਹਾਡੇ ਘਰ ਰਹਿੰਦਿਆਂ ਵੀ ਸੁਰੱਖਿਅਤ ਕਿਉਂ ਨਹੀਂ ਹੈ? ਇਸ ਲਈ ਕੌਣ ਜ਼ਿੰਮੇਵਾਰ ਹੈ? ਤੁਹਾਡੇ ਲਈ ਮੈਨੂੰ ਤਲਾਕ ਦੇ ਕੇ ਘਰੋਂ ਬਾਹਰ ਕੱਢਣਾ ਸੌਖਾ ਹੈ ਤਾਂ ਜੋ ਤੁਹਾਡੀ ਝੂਠੀ ਮਰਿਆਦਾ ਦਾ ਭੁਲੇਖਾ ਬਣਿਆ ਰਹੇ। ਜੇਕਰ ਤੁਸੀਂ ਇੰਨੇ ਇਮਾਨਦਾਰ ਹੈ ਤਾਂ DNA ਰਿਪੋਰਟ ਕਰਵਾਓ। ਸੱਚ ਸਾਹਮਣੇ ਆ ਜਾਵੇਗਾ ਅਤੇ ਜੇਕਰ ਤੁਹਾਡੇ ਵਿੱਚੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਕਿਰਪਾ ਕਰਕੇ ਇਹ ਵੀ ਦੱਸੋ ਉਸ ਨੂੰ ਕੀ ਸਜ਼ਾ ਦਿੱਤੀ ਜਾਵੇ। ਮੇਰਾ ਲਹਿਜਾ ਸਖਤ ਹੋ ਗਿਆ ਸੀ। ਉਮੇਸ਼ ਨੇ ਕਿਹਾ ਕਿ ਜੇਕਰ ਸਾਡੇ ਚੋਂ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਪੁਲਿਸ ਹਵਾਲੇ ਕਰ ਦਿਓ। ਕੁਝ ਦਿਨਾਂ ਬਾਅਦ ਤਿੰਨਾਂ ਦੀਆਂ ਰਿਪੋਰਟਾਂ ਮੇਰੇ ਸਾਹਮਣੇ ਰੱਖ ਦਿੱਤੀਆਂ ਗਈਆਂ। ਜਦੋਂ ਮੈਂ ਰਿਪੋਰਟਾਂ ਦੇਖੀਆਂ ਤਾਂ ਮੈਂ ਹੈਰਾਨ ਹੋ ਗਈ। DNA ਰਿਪੋਰਟ ਮੁਤਾਬਕ ਉਹ ਤਿੰਨੋਂ ਬੇਕਸੂਰ ਸਨ। ਮੈਂ ਇਹ ਵੀ ਸਮਝ ਲੈਂਦੀ ਕਿ ਉਸ ਨੇ ਰਿਪੋਰਟ ਗਲਤ ਬਣਾਈ ਹੈ, ਪਰ ਉਮੇਸ਼ ਖੁਦ ਮੈਨੂੰ ਹਸਪਤਾਲ ਲੈ ਕੇ ਗਈ ਸੀ ਅਤੇ ਜੀਨਸ ਲੈਬੋਰੇਟਰੀ ਤੋਂ ਟੈਸਟ ਕਰਵਾਇਆ ਸੀ। ਇਹ ਇੱਕ ਸਰਕਾਰੀ ਲੈਬ ਸੀ। ਹੁਣ ਮੈਂ ਹੋਰ ਵੀ ਉਲਝਣ ਵਿੱਚ ਸੀ। ਮੇਰੀ ਮਾਂ ਨਾਲ ਇਹ ਸਭ ਕੌਣ ਕਰ ਰਿਹਾ ਸੀ? ਉਮੇਸ਼ ਨੇ ਮੇਰੀ ਮਾਂ ਦੇ ਕਮਰੇ ਵਿੱਚ ਕੈਮਰੇ ਲਗਾਏ ਤਾਂ ਜੋ ਅਸੀਂ ਜਾਣ ਸਕੀਏ ਕਿ ਇਹ ਕੌਣ ਸੀ। ਜਿਵੇਂ ਹੀ ਉਹ ਵਿਅਕਤੀ ਮੇਰੀ ਮਾਂ ਦੇ ਕਮਰੇ ਵਿੱਚ ਦਾਖਲ ਹੋਇਆ, ਉਮੇਸ਼ ਮੇਰੀ ਮਾਂ ਦੇ ਕਮਰੇ ਵਿੱਚ ਗਿਆ ਅਤੇ ਉਸ ਨੂੰ ਫੜ ਲਿਆ। ਉਸ ਨੇ ਮਾਸਕ ਪਾਇਆ ਹੋਇਆ ਸੀ। ਜਦੋਂ ਉਮੇਸ਼ ਨੇ ਉਸ ਦਾ ਮਾਸਕ ਹਟਾਇਆ ਤਾਂ ਉਹ ਹੈਰਾਨ ਰਹਿ ਗਿਆ। ਉਹ ਸਾਡੀ ਗਲੀ ਦਾ ਭਿਖਾਰੀ ਸੀ। ਮਾਂ ਦੇ ਕਮਰੇ ਦੀ ਖਿੜਕੀ ਪਿਛਲੇ ਪਾਸੇ ਤੋਂ ਖੁੱਲੀ ਸੀ। ਇੱਧਰ ਇੱਕ ਗਲੀ ਸੀ। ਉਹ ਭਿਖਾਰੀ ਉੱਥੋਂ ਅੰਦਰ ਆ ਕੇ ਮੇਰੀ ਮਾਂ ਨੂੰ ਨਸ਼ਾ ਦੇ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਮੇਸ਼ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ। ਉਮੇਸ਼ ਦੇ ਨਾਲ ਜਾ ਕੇ ਮੈਂ ਆਪਣੀ ਮਾਂ ਦਾ DNA ਵੀ ਕਰਵਾਉਣਾ ਚਾਹੁੰਦੀ ਸੀ। ਫਿਰ ਮੈਂ ਸੋਚਿਆ ਕਿ ਹਰ ਇਨਸਾਨ ਬੁਰਾ ਨਹੀਂ ਹੁੰਦਾ।
ਕਈ ਵਾਰ ਅਜਿਹਾ ਵੀ ਹੁੰਦਾ ਹੈ ਜੋ ਸਾਡੇ ਸਾਹਮਣੇ ਹੁੰਦਾ ਹੈ, ਅਸਲ ਵਿੱਚ ਉਹ ਸੱਚ ਨਹੀਂ ਹੁੰਦਾ। ਇਸ ਲਈ ਕਿਸੇ ਦੇ ਦੋਸ਼ ਲਾਉਣ ਤੋਂ ਪਹਿਲਾਂ ਪੂਰੀ ਸੱਚਾਈ ਜਾਣ ਲੈਣੀ ਚਾਹੀਦੀ ਹੈ। ਹੁਣ ਮੇਰੀ ਮਾਂ ਸਿਹਤਮੰਦ ਹੋ ਗਈ ਸੀ, ਪਰ ਮੇਰੀ ਗੂੰਗੀ ਮਾਂ ਨੂੰ ਮੈਂ ਕਦੇ ਵੀ ਇਕੱਲਾ ਨਹੀਂ ਛੱਡ ਸਕਦੀ ਸੀ ਅਤੇ ਇਸ ਤੋਂ ਇਲਾਵਾ ਮੇਰੇ ਪਰਿਵਾਰ ਨੇ ਵੀ ਮੇਰਾ ਬਹੁਤ ਸਾਥ ਦਿੱਤਾ। ਮੇਰਾ ਸਹੁਰਾ, ਮੇਰਾ ਪਤੀ ਅਤੇ ਮੇਰਾ ਦਿਓਰ, ਅਸੀਂ ਸਾਰੇ ਆਪਣੇ ਘਰ ਖੁਸ਼ੀ ਨਾਲ ਰਹਿਣ ਲੱਗ ਪਏ। ਸਾਡੇ ਵਿਚਕਾਰ ਪੈਦਾ ਹੋਈਆਂ ਸਾਰੀਆਂ ਗਲਤਫਹਿਮੀਆਂ ਹੁਣ ਦੂਰ ਹੋ ਗਈਆਂ ਸਨ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਓ ਤਾਂ ਜੋ ਅਗਲੀਆਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਧੰਨਵਾਦ।